ਪਿੰਡ ਸਰਹਾਲੀ ਕਲਾਂ। ਇਹ ਪਿੰਡ ਸੰਧੂਆਂ ਦੇ ਬਹੀਏ ਦਾ ਮੁੱਢ ਹੈ। ਇਸ ਵਿੱਚੋਂ ਬ੍ਰਹਮ ਗਿਆਨੀ ਬਾਬਾ ਜਵੰਤ ਸਿੰਘ ਜੀ ਦਾ ਪਿੰਡ ਠੱਠਾ, ਬਾਬਾ ਵਿਸਾਖਾ ਸਿੰਘ ਜੀ ਦਾ ਪਿੰਡ ਦਦੇਹਰ ਸਾਹਿਬ, ਬਾਬਾ ਸੰਤਾ ਸਿੰਘ ਜੀ ਦਾ ਪਿੰਡ ਗੰਡੀਵਿੰਡ, ਬਾਬਾ ਕੇਰ ਸਿੰਘ ਜੀ ਦਾ ਪਿੰਡ ਬੁਰਜ ਰਾਏਕੇ ਅਤੇ ਹੋਰ ਕਈ ਮਹਾਨ ਸ਼ਖਸੀਅਤਾਂ ਦੇ ਪਿੰਡਾਂ ਦਾ ਮੁੱਢ ਸਰਹਾਲੀ ਕਲਾਂ ਵਿੱਚੋਂ ਬੱਝਾ ਹੈ। ਮਾਝੇ ਦਾ ਇਹ ਵੱਡਾ ਪਿੰਡ ਇਤਿਹਾਸ ਵਿੱਚ ਵੀ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਪਿੰਡ ਵਿੱਚ ਵੱਡਾ ਧਾਰਮਿਕ ਅਸਥਾਨ ਬਣਾਉਣ ਦੀ ਇੱਛਾ ਸੀ, ਜਿਹੜੀ ਉਹਨਾਂ ਨੇ ਤਰਨਤਾਰਨ ਜਾ ਕੇ ਪੂਰੀ ਕੀਤੀ। ਭਾਵੇਂ ਸੰਧੂਆਂ ਦੇ ਬੰਸ ਦੇ ਵਡੇਰੇ ਕਾਲਾ ਮਾਹਿਰ ਹਨ, ਉਹਨਾਂ ਦੀ ਅਸਲੀ ਸਮਾਧ ਸਿਆਲਕੋਟ ਜ਼ਿਲ੍ਹੇ ਵਿੱਚ ਥਾਣਾ ਸਤਰ ਹੈ, ਜਿਸ ਨੂੰ ਸੰਧੂਆਂ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ। ਪਰ ਪਿੰਡ ਸਰਹਾਲੀ ਕਲਾਂ ਵੀ ਸੰਧੂ ਗੋਤਰ ਦਾ ਮਾਝੇ ਵਿੱਚ ਮੁੱਢ ਮੰਨਿਆ ਜਾਂਦਾ ਹੈ। ਕਾਲਾ ਮਾਹਿਰ ਮਾਲਵੇ ਦੇ ਪਿੰਡ ਸਨੇਰ ਤੋਂ ਉੱਠ ਕੇ ਲਗਭਗ 11ਵੀਂ ਸਦੀ ਵਿੱਚ ਸਰਹਾਲੀ ਕਲਾਂ ਆ ਗਿਆ ਸੀ। ਬਾਬਾ ਰਾਮ ਸਿੰਘ ਜੀ ਦਾ ਸਰਹਾਲੀ ਕਲਾਂ ਵਿੱਚ ਗੁਰਦੁਆਰਾ ਸੁਸ਼ੋਭਿਤ ਹੈ। ਸੰਧੂਆਂ ਦੇ ਬਾਈਆਂ ਦੇ ਲੋਕ ਇੱਥੇ ਵੱਡੀ ਗਿਣਤੀ ਵਿੱਚ ਸ਼ੀਸ਼ ਝੁਕਾਉਂਦੇ ਹਨ। ਇਸ ਜਗ੍ਹਾ ਨੂੰ ਲੋਕ ਸ਼ਹੀਦਾਂ ਦਾ ਅਸਥਾਨ ਪੁਕਾਰਦੇ ਹਨ। ਇੱਥੇ ਸ਼ਹੀਦਾਂ ਦੀ ਯਾਦ ਵਿੱਚ ਹਰ ਐਤਵਾਰ ਸ਼ਹੀਦੀ ਦੇਗਾਂ ਦਾ ਰਗੜਾ ਲੱਗਦਾ ਹੈ। ਬਾਬਾ ਰਾਮ ਸਿੰਘ ਜੀ ਬਾਰੇ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਇੱਕ ਵਾਰੀ ਇਸ ਇਲਾਕੇ ਵਿੱਚ ਕਾਲ ਪੈ ਗਿਆ ਸੀ। ਲੋਕ ਪ੍ਰਸ਼ਾਦੇ ਪਾਣੀ ਤੋਂ ਆਤਰ ਹੋ ਗਏ ਸਨ ਤਾਂ ਬਾਬਾ ਰਾਮ ਸਿੰਘ ਜੀ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਉਨੀ ਦੇਰ ਤੱਕ ਲੰਗਰ ਚਲਾਏ ਜਿੰਨੀ ਦੇਰ ਤੱਕ ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ ਨਹੀਂ ਹੋਇਆ। ਪਿੰਡ ਤੋਂ ਇਲਾਵਾ ਇਲਾਕੇ ਦੇ ਲੋਕ ਬਾਬਾ ਰਾਮ ਸਿੰਘ ਦੇ ਅਸਥਾਨ ਤੇ ਸੁੱਖਣਾ ਸੁੱਖਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਉਹਨਾਂ ਦੀ ਮੰਨਤ ਪੂਰੀ ਹੁੰਦੀ ਹੈ। ਪਿੰਡ ਸਰਹਾਲੀ ਦਾ ਜ਼ਿਕਰ ਚੱਲਦਿਆਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਨਾਂ ਲਏ ਬਿਨਾਂ ਅੱਗੇ ਨਹੀਂ ਤੁਰਿਆ ਜਾ ਸਕਦਾ। ਬਾਬਾ ਜੀ ਨੇ ਸਿੱਖ ਭਾਈਚਾਰੇ ਦਾ ਅਤੇ ਆਪਣੇ ਪਿੰਡ ਦਾ ਨਾਂ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਪੂਰੇ ਵਿਸ਼ਵ ਵਿੱਚ ਉਕਾਰਿਆ ਹੈ। ਜਿਵੇਂ ਕਿ ਸਾਰੇ ਲੋਕ ਜਾਣਦੇ ਹਨ, ਗੋਰਿਆਂ ਦੀ ਸਰਕਾਰ ਨੇ ਉਹਨਾਂ ਦੇ ਜਹਾਜ਼ ਨੂੰ ਆਪਣੇ ਦੇਸ਼ ਵਿੱਚ ਵੜਨ ਤੋਂ ਵੀ ਰੋਕ ਦਿੱਤਾ ਸੀ। ਜਹਾਜ਼ ਵਿੱਚ ਭੁੱਖਣ ਭਾਣੇ ਲੋਕਾਂ ਨੂੰ ਵਾਪਸ ਪਰਤਣਾ ਪਿਆ ਸੀ। ਬਾਬਾ ਜੀ ਦਾ 9 ਸਾਲਾ ਪੁੱਤਰ ਬਲਵੰਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਵਿੱਚ ਸਵਾਰ ਸੀ। ਭੁੱਖਣ ਭਾਣੇ ਜਹਾਜ਼ ਵਿੱਚ ਸਵਾਰ ਸਿੱਖ ਮੁਸਾਫਿਰ ਬਜਬਜ ਘਾਟ ਕਲਕੱਤਾ ਤੇ ਵਾਪਸ ਪੁੱਜੇ ਤਾਂ ਗੋਰਿਆਂ ਦੀ ਦਰਿੰਦੀ ਸਰਕਾਰ ਨੇ ਭੁੱਖੇ ਸਿੱਖ ਮੁਸਾਫਿਰਾਂ ਉੱਤੇ ਗੋਲੀਆਂ ਦਾਗ ਦਿੱਤੀਆਂ। ਉੱਥੇ ਸਿੱਖ ਮੁਸਾਫਿਰਾਂ ਦੀ ਯਾਦ ਵਿੱਚ ਸਥਾਨ ਸੁਸ਼ੋਭਿਤ ਹੈ। ਪਿੰਡ ਸਰਹਾਲੀ ਕਲਾਂ 2017 ਤੋਂ ਪਹਿਲਾਂ ਵਿਧਾਨ ਸਭਾ ਹਲਕਾ ਨੌਸ਼ਹਿਰਾ ਪਨੋਆ ਜਾਂ ਖਡੂਰ ਸਾਹਿਬ ਵਿੱਚ ਰਿਹਾ ਹੈ, ਪਰ 2017 ਦੀ ਚੋਣ ਤੋਂ ਪਹਿਲਾਂ ਇਹ ਪਿੰਡ ਪੱਟੀ ਹਲਕੇ ਵਿੱਚ ਆ ਗਿਆ। ਇਸ ਪਿੰਡ ਦੇ ਲੋਕ ਪੱਟੀ ਹਲਕੇ ਵਿੱਚ ਆਉਣ ਨੂੰ ਪਿੰਡ ਦੇ ਚੰਗੇ ਭਾਗ ਮੰਨਣ ਲੱਗੇ ਹਨ, ਕਿਉਂਕਿ ਇਹ ਪਿੰਡ ਆਜ਼ਾਦੀ ਤੋਂ ਬਾਅਦ ਧੜੇਬੰਦੀਆਂ ਵਿੱਚ ਵੰਡਿਆ ਹੋਇਆ ਸੀ। ਪਿੰਡ ਇਤਿਹਾਸਿਕ ਹੋਣ ਤੇ ਇਸ ਪਿੰਡ ਨੂੰ ਸਰਕਾਰਾਂ ਵੱਲੋਂ ਮਹੱਤਤਾ ਨਹੀਂ ਦਿੱਤੀ ਗਈ ਸੀ। ਪਿੰਡ ਦੀਆਂ ਗਲੀਆਂ, ਨਾਲੀਆਂ ਦਾ ਚਿੱਕੜ ਅਤੇ ਉਖੜ ਬੈੜੀਆਂ ਇੱਟਾਂ ਬਾਹਰੋਂ ਆਏ ਲੋਕਾਂ ਨੂੰ ਹੈਰਾਨੀ ਲੱਗਦੀਆਂ ਸਨ, ਕਿਉਂਕਿ ਇਸ ਪਿੰਡ ਵਿੱਚ ਲੋਕ ਧਾਰਮਿਕ ਸ਼ਰਧਾ ਨਾਲ ਜਾਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜੀ ਦਾ ਪਿੰਡ ਅਤੇ ਘਰ ਵੇਖਣ ਆਉਂਦੇ ਹਨ ਤਾਂ ਉਹਨਾਂ ਮੂੰਹੋਂ ਆਪ ਮੁਹਾਰੇ ਨਿਕਲਦਾ ਸੀ, ਇੰਨੇ ਮਹਾਨ ਲੋਕਾਂ ਦਾ ਪਿੰਡ ਅਤੇ ਉਖੜ ਬੈੜੀਆਂ ਇੱਟਾਂ। ਪਰ ਹੁਣ ਇਸ ਪਿੰਡ ਵਿੱਚ ਗਲੀ ਗਲੀ ਇੰਟਰਲੋਕਿੰਗ ਟੈਲਾਂ ਲਾ ਦਿੱਤੀਆਂ ਗਈਆਂ ਹਨ। ਸੁੰਦਰ ਆਲੀਸ਼ਾਨ ਗਲੀਆਂ ਵਿੱਚੋਂ ਜਦੋਂ ਲੋਕ ਲੰਘਦੇ ਹਨ, ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਮਾਪਿਆਂ ਨੂੰ ਅਸੀਸ ਦਿੰਦੇ ਹਨ। ਕਹਿੰਦੇ ਹਨ, ਧੰਨ ਏ ਉਹ ਜਨਨੀ, ਧੰਨ ਏ ਉਹ ਜਨਨੀ ਜਿਸ ਨੇ ਉਹ ਪੁੱਤ ਜਾਇਆ ਜਿਹੜਾ ਆਜ਼ਾਦੀ ਘੁਲਾਟੀਆਂ ਅਤੇ ਧਾਰਮਿਕ ਅਸਥਾਨਾਂ ਦੀ ਕਦਰ ਕਰਦਾ ਹੈ। ਪਿੰਡ ਦੇ ਸਰਪੰਚ ਅਮੋਲਕਜੀਤ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਸਰਪੰਚੀ ਦੀ ਚੋਣ ਤੇ 70 ਲੱਖ ਰੁਪਇਆ ਲੱਗਦਾ ਸੀ। ਪਿੰਡ ਵਾਸੀਆਂ ਦੀ ਧੜੇਬੰਦੀ ਫਿਰ ਵੀ ਨਹੀਂ ਮੁੱਕਦੀ ਸੀ। ਪਿੰਡ ਦਾ ਵਿਕਾਸ ਲਟਕ ਜਾਂਦਾ ਸੀ। ਪਰ ਹੁਣ ਹਰਮਿੰਦਰ ਸਿੰਘ ਗਿੱਲ ਨੇ ਸਰਪੰਚੀ ਦੀ ਚੋਣ ਉੱਪਰ 1 ਰੁਪਇਆ ਵੀ ਖਰਚ ਨਹੀਂ ਆਉਣ ਦਿੱਤਾ, ਸਗੋਂ ਪਿੰਡ ਲਈ 1 ਕਰੋੜ ਤੋਂ ਜ਼ਿਆਦਾ ਗ੍ਰਾਂਟ ਦਿੱਤੀ ਹੈ, ਜਿਸ ਨਾਲ ਪਿੰਡ ਦੀਆਂ ਸਾਰੀਆਂ ਗਲੀਆਂ ਲੌਕਿੰਗ ਟੈਲਾਂ ਲਾ ਕੇ ਸੁੰਦਰ ਬਣਾ ਦਿੱਤੀਆਂ ਗਈਆਂ ਹਨ। ਪਿੰਡ ਦੇ ਲੋਕ ਡਾਢੇ ਖੁਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਨਾਲ ਉਹਨਾਂ ਦੀ ਹਰ ਦੁੱਖ ਸੁੱਖ ਦੀ ਸਾਂਝ ਹੈ। ਵਿਧਾਇਕ ਨੂੰ ਮਿਲਣ ਲਈ ਲੋਕ ਸਿੱਧੇ ਉਹਨਾਂ ਦੇ ਘਰ ਜਾ ਸਕਦੇ ਹਨ ਜਾਂ
ਸੜਕ ਤੇ ਲੰਘਦਿਆਂ ਹੱਥ ਦੇ ਕੇ ਰੋਕ ਸਕਦੇ ਹਨ ਅਤੇ ਆਪਣੀ ਗੱਲ ਕਰ ਸਕਦੇ ਹਨ। ਲੋਕਾਂ ਦਾ ਕਹਿਣਾ ਹੈ 73 ਸਾਲਾਂ ਵਿੱਚ ਉਹਨਾਂ ਨੂੰ ਚੁਣਿਆ ਗਿਆ ਕੋਈ ਸਰਕਾਰ ਦਾ ਅਜਿਹਾ ਨੁਮਾਇੰਦਾ ਨਹੀਂ ਮਿਲਿਆ ਸੀ ਜਿਹੜਾ ਉਹਨਾਂ ਦੇ ਪਰਿਵਾਰ ਵਿੱਚ ਬੈਠ ਕੇ ਚਾਹ ਰੋਟੀ ਛਕ ਸਕੇ। ਲੋਕਾਂ ਦਾ ਕਹਿਣਾ ਹੈ ਕਿ ਹਰਮਿੰਦਰ ਗਿੱਲ ਸਾਡੇ ਦਿਲ ਅਤੇ ਦਿਮਾਗ ਦੇ ਬਹੁਤ ਕਰੀਬ ਵਸਦਾ ਹੈ। ਪਿੰਡ ਦੇ ਸਰਪੰਚ ਅਤੇ ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਪੱਟੀ ਹਲਕੇ ਵਿੱਚ ਹਰਮਿੰਦਰ ਗਿੱਲ ਦੀ ਲੋਕਪ੍ਰਿਯਤਾ ਦਾ ਗ੍ਰਾਫ ਇੰਨਾ ਉੱਚਾ ਹੋ ਗਿਆ ਹੈ ਕਿ ਇਸ ਦਾ ਮੁਕਾਬਲਾ ਕਰਨਾ ਕਿਸੇ ਲਈ ਵੀ ਸੌਖਾ ਨਹੀਂ ਹੋਵੇਗਾ। ਹਰਮਿੰਦਰ ਗਿੱਲ ਕੋਲ ਆਪਣੀ ਟੀਮ ਤੋਂ ਕੰਮ ਕਰਵਾਉਣ ਲਈ ਬਹੁਤ ਵੱਡਾ ਹੁਨਰ ਹੈ। ਜਿੱਥੇ ਉਸਦੇ ਬੋਲਚਾਲ ਵਿੱਚ ਮਿਠਾਸ ਮਿਸ਼ਰੀ ਵਾਂਗ ਭਰੀ ਹੋਈ ਹੈ, ਉੱਥੇ ਸਾਹਮਣੇ ਬੈਠੇ ਆਪਣੇ ਤੋਂ ਛੋਟੇ ਕੱਦ ਵਾਲੇ ਬੰਦੇ ਨੂੰ ਵੀ ਆਪਣੇ ਬਰਾਬਰ ਦਾ ਮਹਿਸੂਸ ਕਰਦੇ ਹਨ ਅਤੇ ਅਗਲੇ ਨੂੰ ਉਸਦੀ ਕਾਬਲੀਅਤ ਦਾ ਅਹਿਸਾਸ ਉਸਦੇ ਕੱਦ ਨਾਲੋਂ ਵੱਡਾ ਵਿਖਾਉਣ ਦੀ ਮੁਹਾਰਤ ਵੀ ਕੁਦਰਤ ਨੇ ਦਿੱਤੀ ਹੋਈ ਹੈ। ਜਿਵੇਂ ਪੱਟੀ ਹਲਕੇ ਦੇ ਸਰਪੰਚ ਆਪਣੇ ਪਿੰਡਾਂ ਨੂੰ ਸੁੰਦਰ ਬਣਾਉਣ ਲਈ ਇੱਕ ਰੇਸ ਲਾ ਰਹੇ ਹਨ, ਉਹਨਾਂ ਕੋਲੋਂ MLA ਦਾ ਦਿੱਤਾ ਹੋਇਆ ਟੀਚਾ ਹੈ, ਜਿਸ ਨੂੰ ਪੂਰਨ ਕਰਨ ਲਈ ਹਿੰਮਤ ਅਤੇ ਹੁਨਰ ਨਾਲ ਕੰਮ ਕਰ ਰਹੇ ਹਨ। ਅਜਿਹੇ ਕੰਮ ਦਾ ਜਿੱਥੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ, ਉੱਥੇ ਪਿੰਡ ਪੱਧਰ ਦੇ ਵਰਕਰ ਕੰਮ ਕਰਵਾਉਣ ਪ੍ਰਤੀ ਇੱਛੁਕ ਬਣ ਗਏ ਹਨ। ਇੱਕ ਪਿੰਡ ਵਿੱਚ ਚੱਲ ਰਹੇ ਕੰਮਾਂ ਦੇ ਨਿਰੀਖਣ ਲਈ ਸਰਪੰਚ ਨੂੰ ਸਹਿਯੋਗ ਦਿੰਦਿਆਂ ਕੁਝ ਹੋਰ ਵਰਕਰ ਲਾਏ ਹੁੰਦੇ ਹਨ। ਅਜਿਹੇ ਢੰਗ ਨਾਲ ਜਿੱਥੇ ਕੰਮ ਦੀ ਕੁਆਲਿਟੀ ਵਿੱਚ ਸਾਫ਼ ਸੁਥਰਾਪਨ ਆਉਂਦਾ ਹੈ, ਉੱਥੇ ਸੁੰਦਰਤਾ ਵੀ ਕੰਮ ਕਰਵਾਉਣ ਵਾਲੇ ਦੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ। ਅਜਿਹੀ ਖੂਬੀ ਕਿਸੇ ਹੋਰ ਰਾਜਨੀਤਿਕ ਬੰਦੇ ਵਿੱਚ ਨਜ਼ਰ ਨਹੀਂ ਆਉਂਦੀ। ਸਾਫ਼ ਜ਼ਾਹਿਰ ਹੈ ਕਿ ਹਰਮਿੰਦਰ ਗਿੱਲ ਨੂੰ ਆਪਣੇ ਕੰਮ ਨਾਲ ਜਿੱਥੇ ਡਾਢੀ ਮੁਹੱਬਤ ਹੈ, ਉੱਥੇ ਕੰਮ ਦਾ ਸ਼ੌਂਕ ਅਤੇ ਜਨੂੰਨ ਹੀ ਉਸਦੇ ਅੰਦਰ ਪਈ ਮੰਜ਼ਲ ਨੂੰ ਸਰ ਕਰ ਗਿਆ ਹੈ। ਇਸ ਤੋਂ ਵੱਡੀ ਖੂਬੀ ਗਿੱਲ ਦੀ ਜਿਹੜੀ ਹਲਕੇ ਨੂੰ ਨਸੀਬ ਹੋਈ ਹੈ ਕਿ ਪਿੰਡਾਂ ਵਿੱਚ ਰੰਜਿਸ਼ੀ ਧੜੇ ਹੀ ਖਤਮ ਕਰ ਦਿੱਤੇ ਗਏ ਹਨ। ਗਿੱਲ ਵੱਲੋਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਚੇਚਾ ਕਿਹਾ ਜਾਂਦਾ ਹੈ ਕਿ ਪਾਰਟੀਆਂ ਵਿੱਚ ਪੈ ਕੇ ਨਿੱਜੀ ਸਾਂਝਾਂ ਖਰਾਬ ਨਹੀਂ ਕਰਨੀਆਂ ਚਾਹੀਦੀਆਂ। ਪਿੰਡ ਦੇ ਸਰਪੰਚ ਅਮੋਲਕਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਇੱਕ ਬਹੁਤ ਸੁੰਦਰ ਛੱਪੜ ਬਣਾ ਰਹੇ ਹਨ, ਜਿਸ ਨੂੰ ਸੀਚੇਵਾਲ ਪੈਟਰਨ ਤੇ 20 ਲੱਖ ਰੁਪਏ ਖਰਚ ਕੇ ਤਿਆਰ ਕੀਤਾ ਜਾਵੇਗਾ, ਕਿਉਂਕਿ ਜਦੋਂ ਬਰਸਾਤਾਂ ਦੇ ਦਿਨਾਂ ਵਿੱਚ ਮੀਂਹ ਜ਼ਿਆਦਾ ਪੈਂਦੇ ਸਨ ਤਾਂ ਛੱਪੜ ਵਿੱਚ ਬੂਟੀ ਜ਼ਿਆਦਾ ਉੱਗੀ ਹੋਣ ਕਰਕੇ ਪਾਣੀ ਧਰਤੀ ਹੇਠ ਨਹੀਂ ਜੀਰਦਾ ਸੀ ਅਤੇ ਇਹ ਪਾਣੀ ਓਵਰਫਲੋ ਹੋ ਕੇ ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਆ ਜਾਂਦਾ ਸੀ। ਪਿੰਡ ਦੀ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਹਰਮਿੰਦਰ ਗਿੱਲ ਨੇ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਪਿੰਡ ਵਿੱਚ 3 ਸੁੰਦਰ ਪਾਰਕ 24 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣਗੇ। ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਲੜਕੀਆਂ ਨੂੰ ਸੁੰਦਰ ਬਣਾਉਣ ਲਈ ਪੰਚਾਇਤ ਵੱਲੋਂ 4 ਦੀਵਾਰੀ ਕੀਤੀ ਗਈ ਹੈ। ਇੱਕ ਨਵਾਂ ਕਮਰਾ 6.26 ਲੱਖ ਨਾਲ ਤਿਆਰ ਕਰਕੇ ਦਿੱਤਾ ਜਾ ਰਿਹਾ ਹੈ। ਬੱਚਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਨ ਲਈ 500 ਫੁੱਟ ਡੂੰਘਾ ਬੋਰ ਅਤੇ ਬਾਥਰੂਮ ਸੁੰਦਰ ਬਣਾਉਣ ਲਈ 1.23 ਲੱਖ ਰੁਪਏ ਮਿਲੇ ਹਨ। ਸਕੂਲ ਦੀ ਰਿਪੇਅਰ ਲਈ 1 ਲੱਖ ਰੁਪਇਆ ਵੀ ਦਿੱਤਾ ਗਿਆ ਹੈ, ਜਿਸ ਨਾਲ ਇਹ ਸਕੂਲ ਨਮੂਨੇ ਦਾ ਸੁੰਦਰ ਬਣ ਗਿਆ ਹੈ। ਸਕੂਲ ਵਿੱਚ ਇੱਕ ਸੁੰਦਰ ਪਾਰਕ ਬਣੀ ਹੋਈ ਹੈ। ਸਕੂਲ ਲਈ ਇੱਕ ਪ੍ਰੋਜੈਕਟਰ ਅਤੇ LED ਸਰਕਾਰ ਵੱਲੋਂ ਦਿੱਤੀ ਗਈ ਹੈ, ਜਿਸ ਨਾਲ ਸਕੂਲ ਆਧੁਨਿਕਤਾ ਦੀ ਮੰਜ਼ਲ ਸਰ ਕਰ ਗਿਆ ਹੈ। ਪ੍ਰੀ ਪ੍ਰਾਇਮਰੀ ਕਲਾਸਰੂਮ ਨੂੰ ਸੁੰਦਰ ਬਣਾਉਣ ਲਈ 1 ਲੱਖ ਤੋਂ ਵੱਧ ਰੁਪਏ ਖਰਚੇ ਗਏ ਹਨ। ਸਰਕਾਰ ਦੇ ਅਜਿਹੇ ਉਪਰਾਲਿਆਂ ਕਰਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਭਾਰਤ ਵਿੱਚੋਂ ਨੰਬਰ 1 ਬਣ ਗਿਆ ਹੈ। ਗੌਰਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਕਈ ਪਿੰਡਾਂ ਦਾ ਸਾਂਝਾ ਸਕੂਲ ਹੈ। ਇੱਥੇ ਪੜ੍ਹਨ ਲਈ 5-6 ਪਿੰਡਾਂ ਦੀਆਂ ਲੜਕੀਆਂ ਆਉਂਦੀਆਂ ਹਨ। ਕੁਝ ਦੇਰ ਪਹਿਲਾਂ ਇਹ ਸਕੂਲ ਪਾਣੀ ਵਿੱਚ ਡੁੱਬ ਜਾਂਦਾ ਸੀ। ਇਸ ਦੀ ਇਮਾਰਤ ਦੀ ਹਾਲਤ ਕੁਝ ਬਹੁਤ ਚੰਗੀ ਨਹੀਂ ਸੀ।
ਪਰ ਹੁਣ ਇਸ ਦੀ ਇਮਾਰਤ ਆਲੀਸ਼ਾਨ ਬਣ ਚੁੱਕੀ ਹੈ। ਰੰਗ ਬਿਰੰਗਾ ਮਨਮੋਹਕ ਦ੍ਰਿਸ਼ ਦੇਖ ਕੇ ਬੱਚੇ ਅਤੇ ਉਹਨਾਂ ਦੇ ਮਾਪੇ ਬਹੁਤ ਖੁਸ਼ ਹੁੰਦੇ ਹਨ, ਕਿਉਂਕਿ ਸਕੂਲ ਵਿੱਚ ਠੰਡੇ ਪਾਣੀ ਵਾਲੀ ਮਸ਼ੀਨ, ਪਾਣੀ ਸਾਫ਼ ਕਰਨ ਲਈ RO ਅਤੇ 6 ਕਲਾਸਰੂਮ ਸਮਾਰਟ ਕਲਾਸ ਬਣ ਚੁੱਕੇ ਹਨ। ਇਹਨਾਂ ਸਾਰੇ ਕਮਰਿਆਂ ਵਿੱਚ ਪ੍ਰੋਜੈਕਟਰ ਲੱਗੇ ਹੋਏ ਹਨ। ਸੁੰਦਰ ਲਾਇਬ੍ਰੇਰੀ ਹੈ। ਸੁੰਦਰ ਕੰਪਿਊਟਰ ਲੈਬ ਬਣ ਚੁੱਕੀ ਹੈ। ਸਾਰੇ ਕਲਾਸਰੂਮਾਂ ਵਿੱਚ ਰੰਗ ਬਿਰੰਗੇ ਬੈਂਚ ਸਕੂਲ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਹਲਕਾ ਵਿਧਾਇਕ ਹਰਮਿੰਦਰ ਗਿੱਲ ਦੀ ਹਿੰਮਤ ਨਾਲ ਇਹ ਸਕੂਲ ਮੁੜ ਆਬਾਦ ਹੋ ਗਿਆ ਹੈ। ਗਰੀਬ ਕੁੜੀਆਂ ਇੱਥੋਂ 12ਵੀਂ ਤੱਕ ਮੁਫਤ ਵਿੱਦਿਆ ਪ੍ਰਾਪਤ ਕਰ ਰਹੀਆਂ ਹਨ। ਉਹਨਾਂ ਦੇ ਗਰੀਬ ਮਾਪੇ ਹਰਮਿੰਦਰ ਗਿੱਲ ਨੂੰ ਅਸੀਸਾਂ ਦਿੰਦੇ ਨਹੀਂ ਥੱਕਦੇ। ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਨੂੰ ਸੁੰਦਰ ਬਣਾਉਣ ਲਈ ਪੰਚਾਇਤ ਵੱਲੋਂ 4 ਦੀਵਾਰੀ ਕੀਤੀ ਗਈ ਹੈ। 2 ਨਵੇਂ ਕਮਰੇ 12.52 ਲੱਖ ਰੁਪਏ ਨਾਲ ਤਿਆਰ ਕਰਕੇ ਦਿੱਤੇ ਜਾ ਰਹੇ ਹਨ। ਬੱਚਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਨ ਲਈ 500 ਫੁੱਟ ਡੂੰਘਾ ਬੋਰ ਅਤੇ ਬਾਥਰੂਮ ਸੁੰਦਰ ਬਣਾਉਣ ਲਈ 1.23 ਲੱਖ ਰੁਪਏ ਮਿਲੇ ਹਨ। ਸਕੂਲ ਦੀ ਰਿਪੇਅਰ ਲਈ 1 ਲੱਖ ਰੁਪਇਆ ਵੀ ਦਿੱਤਾ ਗਿਆ ਹੈ, ਜਿਸ ਨਾਲ ਇਹ ਸਕੂਲ ਨਮੂਨੇ ਦਾ ਸੁੰਦਰ ਬਣ ਗਿਆ ਹੈ। ਸਕੂਲ ਵਿੱਚ ਇੱਕ ਸੁੰਦਰ ਪਾਰਕ ਬਣੀ ਹੋਈ ਹੈ। ਸਕੂਲ ਲਈ ਇੱਕ ਪ੍ਰੋਜੈਕਟਰ ਅਤੇ LED ਸਰਕਾਰ ਵੱਲੋਂ ਦਿੱਤੀ ਗਈ ਹੈ, ਜਿਸ ਨਾਲ ਸਕੂਲ ਆਧੁਨਿਕਤਾ ਦੀ ਮੰਜ਼ਿਲ ਸਰ ਕਰ ਗਿਆ ਹੈ। ਪ੍ਰੀ ਪ੍ਰਾਇਮਰੀ ਕਲਾਸਰੂਮ ਨੂੰ ਸੁੰਦਰ ਬਣਾਉਣ ਲਈ 1 ਲੱਖ ਤੋਂ ਵੱਧ ਰੁਪਏ ਖਰਚ ਕਰ ਦਿੱਤੇ ਗਏ ਹਨ। ਸਕੂਲ ਔਨ ਰੋਡ ਹੋਣ ਕਰਕੇ 50,000 ਰੁਪਏ ਦੀ ਇੱਕ ਵੱਖਰੀ ਗ੍ਰਾਂਟ ਦਿੱਤੀ ਗਈ ਹੈ। ਸਰਕਾਰੀ ਮਿਡਲ ਸਕੂਲ ਦੇ ਕਮਰੇ ਸੁੰਦਰ ਬਣਾਉਣ ਲਈ ਸਰਕਾਰ ਵੱਲੋਂ 9 ਲੱਖ ਦੀ ਗ੍ਰਾਂਟ ਮਿਲੀ ਸੀ, ਜਿਸ ਨਾਲ ਸਕੂਲ ਦੀ ਸੁੰਦਰਤਾ ਵਿੱਚ ਵਾਧਾ ਹੋਇਆ ਹੈ। ਪਿੰਡ ਦੇ ਸਰਪੰਚ ਨੇ ਇਸ ਸਕੂਲ ਦੇ ਸਾਰੇ ਵਿਹੜੇ ਵਿੱਚ ਇੰਟਰਲੋਕਿੰਗ ਟਾਈਲਾਂ ਲਵਾ ਕੇ ਇਸ ਦੇ ਵਿਹੜੇ ਨੂੰ ਸੁੰਦਰ ਬਣਾ ਦਿੱਤਾ ਹੈ। ਸਕੂਲ ਵਿੱਚ ਸੁੰਦਰ ਫਰਨੀਚਰ ਮੌਜੂਦ ਹੈ। ਸਕੂਲ ਵਿੱਚ ਐਜੂਕੇਸ਼ਨ ਪਾਰਕ ਬਣਾਈ ਗਈ ਹੈ, ਜਿਸ ਨਾਲ ਸਕੂਲ ਦੀ ਮਹੱਤਤਾ ਬਹੁਤ ਵੱਧ ਗਈ ਹੈ। ਲੋਕ ਹਲਕਾ ਵਿਧਾਇਕ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਹਨ। हरमिंदर कौर गिल गवर्नमेंट गर्ल्स एलिमेंट्री स्कूल सरहाली कलां विखे बतौर हेड टीचर काम कर रही हाँ। मेरे स्कूल ने पिछले 2-3 सालों तो बहुत तरक्की करी है। इस स्कूल ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਦੇ ਵਿੱਚ ਜਿੱਥੇ ਸਕੂਲ ਦੇ ਸਟਾਫ ਦਾ ਯੋਗਦਾਨ ਰਿਹਾ ਹੈ, ਉੱਥੇ ਨਾਲ ਹੀ ਇਸ ਦਾ ਸਿਹਰਾ ਇਸ ਇਲਾਕੇ ਦੇ ਬਹੁਤ ਹੀ ਅਗਾਂਹ-ਵਧੂ ਸਰਪੰਚ ਸਰਦਾਰ ਅਮੋਲਕਜੀਤ ਸਿੰਘ ਸੰਧੂ ਨੂੰ ਜਾਂਦਾ ਹੈ, ਜਿਨ੍ਹਾਂ ਨੂੰ ਜਦੋਂ ਵੀ ਇਸ ਸਕੂਲ ਦੇ ਵਿੱਚ ਕਿਸੇ ਵੀ ਕੰਮ ਵਾਸਤੇ ਬੁਲਾਇਆ ਗਿਆ ਜਾਂ ਉਹਨਾਂ ਦੇ ਅੱਗੇ ਮੰਗ ਰੱਖੀ ਤਾਂ ਉਹਨਾਂ ਨੇ ਕਦੇ ਵੀ ਆਪਣਾ ਹੱਥ ਜਿਹੜਾ ਪਹਿਚਾਣ ਨਹੀਂ ਖਿੱਚਿਆ। ਇਸ ਸਕੂਲ ਦੀ 4 ਦੀਵਾਰੀ ਦੀ ਮੰਗ ਜੋ ਕਿ ਲਗਭਗ ਪਿਛਲੇ ਕੁਝ 8-10 ਸਾਲ ਤੋਂ ਲਟਕਦੀ ਆ ਰਹੀ ਸੀ, ਜਿਹੜਾ ਕੰਮ ਵੀਰ ਜੀ ਨੇ ਕੁਝ ਦਿਨਾਂ ਦੇ ਵਿੱਚ ਹੀ ਸੰਭਵ ਕਰ ਦਿਖਾਇਆ ਹੈ। ਉਸ ਤੋਂ ਇਲਾਵਾ ਸਕੂਲ ਦੇ ਵਿੱਚ ਬੱਚਿਆਂ ਦੇ ਪਾਣੀ ਪੀਣ ਵਾਲਾ ਏਰੀਆ ਜਿਹੜਾ ਉਹਦਾ ਫਰਸ਼ ਕੱਚਾ ਸੀਗਾ, ਜਿਹੜਾ ਕਿ ਉਹਨਾਂ ਨੇ ਲਗਭਗ ਕੋਈ 7,000 ਲੌਕ ਟਾਈਲ ਲਗਵਾ ਕੇ ਤੇ ਬੱਚਿਆਂ ਨੂੰ ਉਹ ਏਰੀਆ ਜਿਹੜਾ ਸਾਫ਼ ਸੁਥਰਾ ਬਣਵਾ ਕੇ ਦਿੱਤਾ ਹੈ। ਉਸ ਤੋਂ ਇਲਾਵਾ ਤੁਸੀਂ ਸਕੂਲ ਦੇ ਵਿੱਚ ਕਲਰਫੁਲ ਫਰਸ਼ ਜਿਹੜਾ ਦੇਖ ਰਹੇ ਹੋ ਬਰਾਂਡੇ ਦਾ, ਇਹਦੀ ਹਾਲਤ ਬਹੁਤ ਹੀ ਜ਼ਿਆਦਾ ਜਿਹੜੀ ਖਸਤਾ ਹੋ ਚੁੱਕੀ ਸੀ। ਇਹ ਵੀ ਸਰਦਾਰ ਅਮੋਲਕਜੀਤ ਸਿੰਘ ਸੰਧੂ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਉਸ ਤੋਂ ਇਲਾਵਾ ਵੀਰ ਜੀ ਯਤਨ ਕਰਨੇ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਮਿਡ ਡੇ ਮੀਲ ਸ਼ੈੱਡ ਬਣਵਾ ਕੇ ਦਿੱਤਾ ਜਾਵੇ, ਤਾਂ ਕਿ ਬੱਚੇ ਜਿਹੜੇ ਨੇ ਸਾਫ਼ ਸੁਥਰੀ ਜਗ੍ਹਾ 'ਤੇ ਬੈਠ ਕੇ ਖਾਣਾ ਖਾ ਸਕਣ। ਅਤੇ ਨਾਲ ਹੀ ਮੈਂ ਆਸ ਕਰਦੀ ਹਾਂ ਸਰਦਾਰ ਅਮੋਲਕਜੀਤ ਸਿੰਘ ਸੰਧੂ ਕੋਲੋਂ ਭਵਿੱਖ ਵਿੱਚ ਵੀ ਜਿਹੜਾ ਸਕੂਲ ਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਦਿੰਦੇ ਰਹਿਣਗੇ। ਇਸ ਦੇ ਨਾਲ ਹੀ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਇਸ ਇਲਾਕੇ ਦੇ ਬਹੁਤ ਹੀ ਪੜ੍ਹੇ ਲਿਖੇ ਅਤੇ ਸੂਝਵਾਨ MLA ਸਰਦਾਰ ਹਰਮਿੰਦਰ ਗਿੱਲ ਜੀ ਦਾ, ਜਿਨ੍ਹਾਂ ਦੀ ਯੋਗ ਅਗਵਾਈ ਦੇ ਹੇਠ ਜਿਹੜੇ ਸਰਕਾਰੀ ਸਕੂਲ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਰੂਪ ਸਿੰਘ ਇੰਚਾਰਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਕਲਾਂ। ਅੱਜ ਮੈਂ ਤੁਹਾਨੂੰ 2017 ਤੋਂ ਬਾਅਦ ਸਾਡੇ ਸਕੂਲ ਵਿੱਚ ਆਏ ਚੇਂਜਸ ਬਾਰੇ ਦੱਸਾਂਗਾ। 2017 ਤੋਂ ਪਹਿਲਾਂ ਸਾਡੇ ਸਕੂਲ ਦੀ ਜਿਹੜੀ ਬਿਲਡਿੰਗ ਸੀ ਉਹ ਕਾਫੀ ਖਰਾਬ ਸੀ, ਪਰੰਤੂ ਅੱਜ ਸਾਡੇ ਸਕੂਲ ਦੀ ਬਿਲਡਿੰਗ ਜਿਹੜੀ ਆ ਹਲਕਾ MLA ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਦੇ ਸਹਿਯੋਗ ਕਰਕੇ ਬਹੁਤ ਨਵੀਂ ਬਣ ਚੁੱਕੀ ਹੈ। ਕਲਾਸਰੂਮ ਜਿਹੜੇ ਨੇ ਉਹ ਕਲਰਫੁਲ ਬਣ ਚੁੱਕੇ ਨੇ, ਕਲਰਫੁਲ ਡੈਸਕ ਆ ਚੁੱਕੇ ਨੇ, ਸਮਾਰਟ ਸਕੂਲ ਜਿਹੜਾ ਉਹ ਬਣ ਚੁੱਕਿਆ, ਇੰਗਲਿਸ਼ ਮੀਡੀਅਮਸ ਆ ਚੁੱਕੇ ਨੇ ਅਤੇ ਇਹ ਸਭ ਸਹਿਯੋਗ ਦੇ ਪ੍ਰੋਜੈਕਟਰਸ ਲੱਗ ਚੁੱਕੇ ਨੇ। ਹੁਣ ਸਾਡੇ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਉਹ ਪ੍ਰੋਜੈਕਟਰ ਥਰੂ ਪੜ੍ਹਾਈਆਂ ਕਰਦੇ ਨੇ। ਇਹ ਸਭ ਸਹਿਯੋਗ ਦੇ ਲਈ ਅਸੀਂ ਹਲਕਾ MLA ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਦਾ, ਪਿੰਡ ਦੀ ਪੰਚਾਇਤ, ਸਰਪੰਚ ਸਰਦਾਰ ਅਮੋਲਕਜੀਤ ਸਿੰਘ ਜੀ ਦਾ ਅਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਮੈਂ ਖੁਸ਼ਪਾਲ ਸਿੰਘ
बतौर सेंटर हेड टीचर सरकारी एलीमेंट्री स्कूल सरियाली कलां मुंडे सितंबर 2019 तो अपनी सेवा निभा रहा हाँ। जिथों तक साडे विभाग दीआं नीतियां जां साडे हल्के दे MLA साहब की अगवाई है, उन्हां सदका साडे स्कूल की जो बहुत चिरां तो मंग सी, जो बिल्डिंग स्कूल की वो अनसुरक्षित सी, उस दे तहत सानू ग्रांट्स जिहड़ी वो मिली है, जिस तहत साडे स्कूल विच नवीं बिल्डिंग का जिहड़ा वो आरंभ होया है, वो सारी चल रही है। साडा स्कूल जिहड़ा है वो स्मार्ट स्कूलों की लिस्ट विच शुमार रखता है। इत्थों के स्कूल के जिहड़े बच्चे ने वो जे असीं गिनती का कंपैरिजन करिए तो 2017-18 दे विच साडे कोल 120 के करीब बच्चे सी, जो इस वेले जिहड़ी गिनती है 2021-22 दे विच वो 243 जिहड़ी है वो हो चुकी है, जो गिनती लगातार वध रही है। और जिले दे विचों असीं तीसरी पोजीशन ते जिहड़ा साडा वो स्कूल इस वेले वो आ रहा है। जितों तक साडे स्टाफ की गल है, साडे स्कूल का स्टाफ बहुत मेहनत करवा रहा। इस लॉकडाउन के दिनों के दौरान भी साडे अध्यापक स्कूल में हाजिर होकर बच्चों ऑनलाइन जिहड़ा वा वो काम जिहड़ा वो करवा रहे हैं। साडे स्कूलों का जिहड़ा वा वो रोजाना जिहड़ा क्लास आ वो TV के चैनल के उपर भी आ रही है। और एक बहुत वधिया उपराला साडे विभाग का कि असीं भी ये जिहड़ा वा ये विश्वास दिवा रहे हैं विधायक साहब को भी कि साडा स्टाफ इस तरीके नाल ही मेहनत करवाता रहेगा तो ये सरकारी स्कूल जिहड़े ने वो एक चानन मनारे के तौर पर वो उपर नहीं। भुपिंदर सिंह पंजाबी मास्टर सरकारी मिडल स्कूल सरहाली कलां पंजाबी के काम कर रहे हैं। मैनूं दसदे बड़ी खुशी होती है 2017 तो इस स्कूल के विच काफ़ी डिवेलपमेंट हुई है। सरकार दीआं हदायतां दे मुताबक ਵੱਖ-ਵੱਖ समय के जो ग्रांटां प्राप्त होंदियां रहियां सानूं ਉਹਦਾ ही सारा उपयोग करते हुए सरकार स्कूल ਨੂੰ स्मार्ट क्लासरूम ਦਿੱਤੇ ਹੈਗੇ ਆ। ਇਸ ਤੋਂ ਬਿਨਾ ਇੰਗਲਿਸ਼ ਬੂਸਟਰ ਕਲੱਬ ਬਣਾਏ ਗਏ ਤਾਂ ਕਿ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾ ਸਕੇ ਅਤੇ ਸਾਰੇ ਸਟਾਫ ਦੀ ਮਿਹਨਤ ਦੇ ਨਾਲ ਡੋਰ ਟੂ ਡੋਰ ਜਾ ਕੇ ਅਸੀਂ ਇਨਰੋਲਮੈਂਟ ਵੀ ਵਧਾਈ ਆ। ਕਾਫੀ ਬੱਚੇ ਜਿਹੜੇ ਹੈਗੇ ਆ ਉਹ ਪ੍ਰਾਈਵੇਟ ਸਕੂਲਾਂ ਤੋਂ ਇਸ ਸਕੂਲ ਦੇ ਵਿੱਚ ਆਏ ਆ ਤੇ ਅਸੀਂ ਹੋਰ ਵੀ ਅੱਗੇ ਤੋਂ ਵੀ ਉਹ ਸਾਨੂੰ ਗ੍ਰਾਂਟਾਂ ਜਾਂ ਸਰਕਾਰ ਦੇ ਹਦਾਇਤਾਂ ਜੋ ਪ੍ਰਾਪਤ ਹੋਣਗੀਆਂ ਉਹਨਾਂ ਦੇ ਮੁਤਾਬਕ ਚੱਲਦੇ ਹੋਏ ਅਸੀਂ ਇਸ ਸਕੂਲ ਦੀ ਡਿਵੈਲਪਮੈਂਟ ਦੇ ਲਈ ਅਸੀਂ ਯਤਨਸ਼ੀਲ ਰਹਾਂਗੇ। ਇਸ ਤੋਂ ਬਿਨਾ ਸਾਨੂੰ ਜੋ ਵੀ ਦਿੱਕਤਾਂ ਆਉਂਦੀਆਂ ਹੈਗੀਆਂ ਉਹ ਵੀ ਅਸੀਂ ਜਿਹੜੀ ਸਕੂਲ ਦੀ ਕਮੇਟੀ ਹੈਗੀ ਆ, ਗ੍ਰਾਮ ਪੰਚਾਇਤ ਹੈਗੀ ਆ, ਉਹਦੇ ਨਾਲ ਗੱਲ ਕਰਕੇ ਅਸੀਂ ਉਹਨਾਂ ਨੂੰ ਸੁਲਝਾਉਣ ਦਾ ਯਤਨ ਕਰਾਂਗੇ ਤਾਂ ਕਿ ਇਸ ਸਕੂਲ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਬੱਚਿਆਂ ਦੀ ਗਿਣਤੀ ਵਧਾਈ ਜਾ ਸਕੇ ਅਤੇ ਸਰਕਾਰ ਦੇ ਸਿੱਖਿਆ ਅਭਿਆਨ ਨੂੰ ਸਫਲ ਬਣਾਇਆ ਜਾ ਸਕੇ। ਇਸ ਤੋਂ ਅਸੀਂ ਸਾਰੇ ਸਕੂਲ ਸਟਾਫ ਹਲਕਾ ਵਿਧਾਇਕ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਸਹਾਇਤਾ ਦੇ ਨਾਲ ਸਾਨੂੰ ਜਿਹੜੀਆਂ ਸਮੇਂ-ਸਮੇਂ 'ਤੇ ਸਰਕਾਰ ਦੁਆਰਾ ਜਾਰੀ ਕੀਤੀਆਂ ਗ੍ਰਾਂਟਾਂ ਮਿਲਦੀਆਂ ਰਹੀਆਂ ਅਤੇ ਨਗਰ ਪੰਚਾਇਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਨੂੰ ਸਕੂਲ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਅਤੇ ਸਕੂਲ ਨੂੰ ਤਰੱਕੀ ਵੱਲ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਧੰਨਵਾਦ। ਮੈਂ ਜੀ ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਸਰਿਆਲੀ ਕਲਾਂ, ਜੋ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਵਿਕਾਸ MLA ਹਰਮਿੰਦਰ ਸਿੰਘ ਗਿੱਲ ਔਰ ਸਾਡੇ ਮਾਨਯੋਗ ਸਰਪੰਚ ਅਮੋਲਕਜੀਤ ਸਿੰਘ ਸੰਧੂ ਬਹੁਤ ਤਰੀਕੇ ਨਾਲ ਵਧੀਆ ਵਿਕਾਸ ਚੱਲ ਰਿਹਾ ਸਾਡੇ ਪਿੰਡ ਦਾ, ਬੜੇ ਤਰੀਕੇ ਨਾਲ ਕਰ ਰਹੇ ਆ। ਪਾਰਟੀ ਬਾਈ ਤੋਂ ਉੱਠ ਕੇ ਕੰਮ ਹੋ ਰਿਹਾ ਜੋ ਪਿੰਡ ਦਾ ਕੰਮ ਸਾਡੇ ਚੱਲ ਰਹੇ ਆ ਜੀ, ਜੋ ਕਿ ਸਾਡੇ ਪਿੰਡ ਦੇ ਵਿਕਾਸ 2 ਪਾਰਕਾਂ ਮਨਜ਼ੂਰ ਹੋਈਆਂ ਵਾ, ਠੀਕ ਹੈ ਜੀ, ਤੇ 3 ਸ਼ਮਸ਼ਾਨ ਘਾਟ ਦਾ ਕੰਮ ਚੱਲ ਰਿਹਾ ਵਾ, ਠੀਕ ਹੈ ਜੀ। 47 ਕੋਠੇ ਪਿੰਡ ਦੇ ਆਏ ਸੀਗੇ, ਜਿਨ੍ਹਾਂ ਵਿੱਚੋਂ 30 ਬਣ ਚੁੱਕੇ ਆ ਕੰਪਲੀਟ। ਸੀਚੇਵਾਲ ਤਹਿਤ ਛੱਪੜ ਦਾ ਕੰਮ ਚੱਲ ਰਿਹਾ ਵਾ, ਬਹੁਤ ਵਧੀਆ ਕੰਮ ਹੋ ਰਿਹਾ ਜੀ, ਠੀਕ ਹੈ ਜੀ। ਬਾਕੀ ਜੋ ਸੀਵਰੇਜ ਦਾ ਕੰਮ, ਸੀਵਰੇਜ ਪੈ ਚੁੱਕਾ ਵਾ, ਜਿੰਨਾ ਵੀ ਕੰਮ ਸ਼ੁਰੂ ਕੀਤਾ ਸੀਗਾ ਸੀਵਰੇਜ ਦਾ ਬਹੁਤ ਵਧੀਆ ਤਰੀਕੇ ਨਾਲ ਪਾਇਆ ਗਿਆ ਵਾ ਤੇ ਬਹੁਤ ਵਧੀਆ ਲੋਕਾਂ ਨੇ ਸਲਾਹਿਆ ਇਸ ਕੰਮ ਨੂੰ, ਠੀਕ ਹੈ ਜੀ। ਬਾਕੀ ਸਕੂਲ ਦਾ ਕੰਮ ਚੱਲ ਰਿਹਾ ਵਾ ਤੇ 180 ਰਸਤੇ ਜਿਹੜੇ ਬਾਈਕਾਂ ਦੇ ਉਹ ਕੰਪਲੀਟ ਹੋ ਗਏ ਆ ਜੀ। ਕੁਛ ਲੋਕਲ ਪਿੰਡ ਦੇ ਵਿੱਚ ਲੱਗੀ ਆ, ਰਸਤਿਆਂ ਦੇ ਵਿੱਚ, ਗਲੀਆਂ ਦੇ ਵਿੱਚ 20 ਦੇ ਕਰੀਬ ਲੋਕਟੈਲ ਦੇ ਲੱਗੀ ਹੈ ਜੀ।
ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਹਰਵਿੰਦਰ ਸਿੰਘ ਗਿੱਲ, ਜੋ ਕਿ ਬਹੁਤ ਵਧੀਆ ਕੰਮ ਕਰਾਇਆ ਸਾਡੇ ਪਿੰਡ ਦਾ। ਉਸ ਤੋਂ ਬਾਅਦ ਜੀ ਸਾਡੇ ਸਰਪੰਚ ਸਾਹਿਬ ਸਰਦਾਰ ਮੁਲਕਜੀਤ ਸਿੰਘ ਸੰਧੂ, ਵਧੀਆ ਤਰੀਕੇ ਨਾਲ ਪਿੰਡ ਦੇ ਵਿੱਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੰਮ ਕਰਾਇਆ ਜੀ ਇਹਨਾਂ ਨੇ। ਮੈਂ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਪੱਤੀ ਖਾਸੇ ਕੀ, ਮੇਰੇ ਪਿੰਡ ਦੇ ਪੱਤੀ ਦੇ ਵਿੱਚ ਬਹੁਤ ਕੰਮ ਵਧੀਆ ਹੋਇਆ ਵਾ। ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕਰਾਇਆ। ਜਿਹੜੀ ਮੈਂ ਡਿਮਾਂਡ ਦਿੱਤੀ ਆ ਉਹ ਪੂਰੀ ਕੀਤੀ ਆ। ਇਸ ਗੱਲੋਂ ਮੈਂ ਇੱਕ ਗਾਰਡਨ ਮੇਰਾ ਮਨਜ਼ੂਰ ਆ, ਉਹਦਾ ਕੰਮ ਹੋਣ ਲੱਗਾ ਵਾ ਤੇ ਗਲੀਆਂ ਜਿਹੜੀਆਂ ਉਹ ਮੇਰੀਆਂ ਪੱਕੀਆਂ ਹੋ ਗਈਆਂ ਵਾ। ਅਸੀਂ ਸਾਰਾ ਕੰਮ ਆਪਣੀ ਪਾਰਟੀਬਾਜ਼ੀ ਤੋਂ ਉੱਠ ਕੇ ਇਹਦੀ ਸਰਪੰਚ ਦੀ ਰਹਿਨੁਮਾਈ ਨਾਲ ਬਹੁਤ ਵਧੀਆ ਕੰਮ ਕਰਵਾ ਰਹੇ ਆ ਤੇ ਅਸੀਂ ਅੱਗੇ ਆਪ ਵੀ ਕਰਵਾ ਰਹੇ ਆ। ਧੰਨਵਾਦ ਆ ਇਹ ਐਮਐਲਏ ਸਾਹਿਬ ਦਾ, ਸਰਦਾਰ ਹਰਮਿੰਦਰ ਸਿੰਘ ਗਿੱਲ ਦਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਸਰਪੰਚ ਸਾਹਿਬ ਦੇ ਸਹਿਯੋਗ ਦੇ ਨਾਲ ਪਿੰਡ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਵਾ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਅਮੋਲਕਜੀਤ ਸਿੰਘ, ਸਰਪੰਚ ਸਰਾਲੀ ਕਲਾਂ। ਮੈਨੂੰ ਲਗਭਗ 2 ਸਾਲ ਹੋ ਗਏ ਜੀ ਸਰਪੰਚ ਬਣੇ। ਇਹ ਸੁਪਨਾ ਹੈ ਕਿ ਮੈਂ ਬਾਹਰ ਵੀ ਵੇਖਦਾ ਪਿੰਡ ਬਣੇ, ਸਾਰੇ ਵੇਖੀਦਾ ਪਿੰਡ ਬਹੁਤ ਵਧੀਆ ਲੋਕਾਂ ਨੇ ਬਣਾਏ ਆ। ਮੇਰਾ ਸੁਪਨਾ ਕਿ ਪਿੰਡ ਨੂੰ ਮੈਂ ਇਤਿਹਾਸਕ ਪਿੰਡ ਹੋਣ ਕਰਕੇ, ਬਾਬਾ ਗੁਰਦਿੱਤ ਸਿੰਘ ਜੀ ਦਾ ਪਿੰਡ, ਬਾਬਾ ਰਾਮ ਸਿੰਘ ਜੀ ਦਾ ਪਿੰਡ ਹੋਣ ਕਰਕੇ ਮੈਂ ਚਾਹੁੰਦਾ ਹਾਂ ਕਿ ਪਿੰਡ ਬਹੁਤ ਵਧੀਆ ਹੋਰ ਮਸ਼ਹੂਰ ਪਿੰਡ ਹੋਵੇ। ਤਾਂ ਕਰਕੇ ਮੈਂ ਸੋਚਿਆ ਕਿ ਪਿੰਡ ਨੂੰ ਸਿਆਸਤ ਤੋਂ ਛੱਡ ਕੇ ਇਹਨੂੰ ਸੁੰਦਰਤਾ ਵੱਲ ਲੈ ਕੇ ਜਾਣਾ। ਲੋ ਧੜੇਬੰਦੀ ਇਹੋ ਜਿਹੀ ਕਿ ਇੱਕ ਦੂਜੇ ਨਾਲ ਮਿਲਣ ਵਰਤਨ ਬਿਲਕੁਲ ਬੰਦ ਸੀ। ਨਾ ਕੋਈ ਘਰ ਕਿਸੇ ਦੇ ਆ ਸਕਦਾ, ਨਾ ਜਾ ਸਕਦਾ ਹੈ। ਕਿ ਮਰਗ 'ਤੇ ਵੀ ਜਾਣਾ ਬਹੁਤ ਔਖਾ ਹੈ। ਹੁਣ ਹਰ ਕੋਈ ਮਿਲਦਾ ਵੀ ਆ, ਖੁਸ਼ੀ 'ਤੇ ਵੀ ਜਾਂਦਾ, ਗਮੀ 'ਤੇ ਵੀ ਜਾਂਦਾ। ਹਰ ਇਕੱਠੇ ਬਹਿ ਕੇ ਤਾਸ਼ਾਂ ਵੀ ਖੇਡਦੇ ਹੋਣਾ ਅੱਜ ਕੱਲ੍ਹ। ਕਿਸੇ 'ਤੇ ਕੋਈ ਪਾਰਟੀਬਾਜ਼ੀ ਦਾ ਕੋਈ ਦਬਾਅ ਨਹੀਂ ਜੀ। ਮੈਂ ਪਿੰਡ ਲਈ ਜਿਸ ਤਰ੍ਹਾਂ ਮੇਰੇ ਪਿੰਡ ਵਿੱਚ ਪਾਰਕਾਂ ਬਣਾਉਣਾ ਚਾਹੁੰਦਾ, ਜੋ ਮੇਰੇ ਮਨਜ਼ੂਰ ਹੋ ਚੁੱਕੀਆਂ। ਪਿੰਡ ਨੂੰ ਵਧੀਆ ਸੁੰਦਰ ਇਹੋ ਜਿਹਾ ਬਣਾਉਣਾ ਚਾਹੁੰਦਾ ਕਿ ਬਾਹਰੋਂ ਆ ਕੇ ਲੋਕ ਵੇਖਣ ਪਿੰਡ ਨੂੰ। ਹਾਂਜੀ, ਹੋਰ ਮੇਰੇ ਪਿੰਡ ਦੇ ਵਿੱਚ ਛੱਪੜ ਦੀ ਬਹੁਤ ਪਾਣੀ ਦੀ ਬਹੁਤ ਮੁਸ਼ਕਿਲ ਆ। ਉਹ ਮੇਰੇ 2-3 ਛੱਪੜ ਦਾ ਕੰਮ ਚੱਲ ਰਿਹਾ। ਬਾਕੀ ਮੈਂ 2-3 ਮਹੀਨੇ ਦੇ ਵਿੱਚ ਕਵਰ ਕਰ ਦੂੰਗਾ ਜੀ। ਹਾਂਜੀ, ਮੈਂ ਆਪਣੇ ਤਾਇਆ ਜੀ ਸਰਦਾਰ ਪਰਮਜੀਤ ਸਿੰਘ ਹੋਣਾ ਤੋਂ ਮੈਂ ਇਹੋ ਸਿੱਖਿਆ ਕਿ ਜੋ ਵੀ ਕੰਮ ਕਰਨਾ ਦਿਲ ਸਾਫ਼ ਨਾ ਕਰਨਾ ਤੇ ਕੰਮ ਪੂਰਾ ਤਨਦੇਹੀ ਨਾ ਕਰਨਾ। ਹਾਂਜੀ, ਉਹਨਾਂ ਦੇ ਮੈਂ ਜੋ ਵੀ ਉਹਨਾਂ ਕੰਮ ਕੀਤੇ ਉਹਨਾਂ ਨੂੰ ਵੇਖਦੇ ਆ, ਉਹਨਾਂ ਦੇ ਪੂਰਨ ਤੇ ਚੱਲ ਰਿਹਾ ਵਾ। ਉਹਨਾਂ ਵਰਗਾ ਬਣ ਤੇ ਸਕਦਾ ਨਹੀਂ, ਪਰ ਕਰੂੰਗਾ ਜ਼ਰੂਰ ਉਹਨਾਂ ਵਾਂਗੂ। ਇਹੋ ਜੀ ਕੋਈ ਗੱਲ ਨਹੀਂ ਮੈਂ ਰੱਖੀ ਜੀ। ਇਹ ਵਿਰੋਧੀ ਪਾਰਟੀ ਕਹਿ ਸਕਦੀ ਹੈ ਕਿ ਉਹਨੇ ਕੰਮ ਕੀਤਾ ਤੇ ਦਿਲ ਸਾਫ਼ ਨਾਲ ਕੀਤਾ ਜੀ, ਬਿਨਾਂ ਪਾਰਟੀਬਾਜ਼ੀ ਦੇ। ਹਾਂਜੀ, ਐਮਐਲਏ ਸਾਹਿਬ ਦਾ ਬਹੁਤ ਵਧੀਆ ਤਰੀਕਾ ਜੀ। ਦੂਜੇ ਚੌਥੇ ਦਿਨ ਮੈਨੂੰ ਫੋਨ ਲਾ ਕੇ ਤਕਰੀਬਨ ਇਹ ਪੁੱਛਦੇ ਤੇਰੇ ਕੰਮ ਕਿੰਨਾ ਹੋ ਗਿਆ ਤੇ ਕਿੰਨਾ ਰਹਿ ਗਿਆ। ਜੇ ਕੋਈ ਕੰਮ ਰਹਿ ਗਿਆ ਮੈਨੂੰ ਦੱਸ ਕਿਹੜਾ ਕੰਮ ਰਹਿ ਗਿਆ ਤੇਰਾ। ਜੇ ਉਹ 'ਚ ਕੋਈ ਮੁਸ਼ਕਲ ਹੁੰਦੀ ਤਾਂ ਮੈਨੂੰ ਉਸੇ ਵੇਲੇ ਮੇਰਾ ਹੱਲ ਕਰਕੇ ਦਿੰਦੇ ਆ। ਕੋਈ ਪਰੇਸ਼ਾਨੀ ਨਹੀਂ ਆਉਣ ਦਿੰਦੇ ਮੈਨੂੰ ਜੀ। ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਜੀ ਸਰ। ਉਹਨਾਂ ਦਾ ਸਿਰਫ ਪੁੱਛਣ ਦਾ ਹੁੰਦਾ ਕਿ ਕੋਈ ਕੰਮ ਰਹਿ ਗਿਆ ਕਿ ਨਹੀਂ ਰਹਿ ਗਿਆ। ਪੈਸਿਆਂ ਦਾ ਮੈਨੂੰ ਪੁੱਛਦੇ ਕਿ ਪੈਸੇ ਦੀ ਕੋਈ ਕਮੀ ਹੈਗੀ ਤਾਂ ਉਹ ਦੱਸੋ। ਗ੍ਰਾਂਟਾਂ ਮੈਨੂੰ ਖੁੱਲੀਆਂ ਮਿਲ ਰਹੀਆਂ ਜੀ। ਉਹਨਾਂ ਵੀ ਧੜੇਬਾਜ਼ੀ ਦਾ ਆਖਿਆ ਕਿ ਕੋਈ ਧੜੇਬਾਜ਼ੀ ਨਹੀਂ ਕਰਨੀ, ਤੇ ਮੈਂ ਵੀ ਇਹੋ ਸੋਚਿਆ ਕਿ ਮੈਂ ਧੜੇਬਾਜ਼ੀ ਪਿੰਡ ਵਿੱਚ ਰੱਖਣੀ ਹੀ ਨਹੀਂ। ਹਾਂਜੀ, ਧੰਨਵਾਦ। ਦੇਖੋ, ਜਿਹੜੀ ਡਿਵੈਲਪਮੈਂਟ ਕਦੇ ਪੱਖਪਾਤ ਵਿੱਚ ਰਹਿ ਕੇ ਨਹੀਂ ਆਉਂਦੀ। ਡਿਵੈਲਪਮੈਂਟ ਅਸਲ 'ਚ ਨਿਰਪੱਖ ਹੋ ਕੇ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਬਦਲਾਖੋਰੀ ਤੋਂ ਪਾਸੇ ਹੋ ਕੇ ਫੇਰ ਆਉਂਦੀ ਹੈ। ਸਾਡਾ ਮਕਸਦ ਸੀ ਕਿ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਪਿੰਡ ਹੈ। ਕਦੇ ਗੁਰੂ ਅਰਜਨ ਦੇਵ ਜੀ ਨੇ ਸੰਕਲਪ ਲਿਆ ਸੀ ਕਿ ਇੱਥੇ ਗੁਰੂ ਘਰ ਬਣਾਉਣਾ ਹੈ, ਸਰੋਵਰ ਬਣਾਉਣਾ ਹੈ। ਜਦੋਂ ਉੱਥੇ ਨਹੀਂ ਬਣੀ ਤੇ ਗੱਲ ਉਹਨਾਂ ਨੂੰ ਫਿਰ ਤਰਨਤਾਰਨ ਸਾਹਿਬ ਗਏ। ਬਹੁਤ ਵੱਡਾ ਇਤਿਹਾਸਕ ਪਿੰਡ ਹੈ, ਦੇਸ਼ ਪਿੰਡ ਹੈ, ਔਰ ਇਹਦੀ ਡਿਵੈਲਪਮੈਂਟ ਕਰਨਾ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਈਰਖਾ ਛੱਡ ਕੇ ਕਰ ਸਕਦੇ ਸੀਗੇ। ਜੇ ਅਸੀਂ ਕਹੀਏ ਵੀ ਇਕੱਲੇ ਕਾਂਗਰਸੀਆਂ ਦੇ ਘਰਾਂ ਦੀ ਡਿਵੈਲਪਮੈਂਟ ਕਰਨ ਦੀ ਗੱਲ ਬਣਦੀ ਨਹੀਂ। ਜਦੋਂ ਕੈਂਡੀਡੇਟ ਬਣਦੇ ਆ ਤੇ ਕਾਂਗਰਸ ਅਕਾਲੀ ਦਲ ਵੱਲੋਂ ਬਣਦੇ ਆ, ਪਰ ਜਦੋਂ ਐਮਐਲਏ ਬਣ ਜਾਂਦੇ ਆ ਅਸੀਂ ਸਾਂਝੇ ਬਣਦੇ ਆ, ਸਾਰੇ ਹਲਕੇ ਦੇ ਐਮਐਲਏ ਹੁੰਦੇ ਆ। ਸਾਡਾ ਫਰਜ਼ ਬਣਦਾ ਕਿ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਖੜੀਏ। ਔਰ ਮੈਨੂੰ ਇੰਨੀ ਤਸੱਲੀ ਇਸ ਗੱਲ ਦੀ ਹੋ ਰਹੀ ਹੈ ਕਿ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਜਦੋਂ ਅਸੀਂ ਵਿਕਾਸ ਕਰਦੇ ਆ, ਜਦੋਂ ਲੋਕਾਂ ਦੇ 50-50 ਸਾਲ ਦੇ ਰੁਕੇ ਕੰਮ ਕਰਦੇ ਆ, ਜਦੋਂ ਲੋਕਾਂ ਦੇ ਰਾਹ ਪੱਕੇ ਕਰਦੇ ਆ, ਜਦੋਂ ਲੋਕਾਂ ਦੀਆਂ ਗਲੀਆਂ ਬਣਾਉਂਦੇ ਆ, ਜਿਹੜੇ ਲੋਕ ਭੱਜ ਗਏ ਸੀ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ, ਕਿ ਸਾਨੂੰ ਸ਼ਹਿਰਾਂ ਵਿੱਚ ਜ਼ਿਆਦੀਆਂ ਸਹੂਲਤਾਂ ਮਿਲਣਗੀਆਂ, ਜਦੋਂ ਉਹ ਸਾਰੀਆਂ ਤਮਾਮ ਸਹੂਲਤਾਂ ਅਸੀਂ ਪਿੰਡਾਂ ਵਿੱਚ ਦੇ ਰਹੇ ਹਾਂ। ਤੇ ਮੈਂ ਸਮਝਦਾ ਹਾਂ ਕਿ ਅੱਜ ਦੇ ਕਰੋਨਾ ਕਾਲ ਦੇ ਵਿੱਚ ਜਦੋਂ ਇਹ ਗੱਲ ਨਿਸ਼ਚਿਤ ਹੋ ਗਈ ਹੈ ਕਿ ਕਰੋਨਾ ਕਾਲ ਦੇ ਵਿੱਚ ਸਾਨੂੰ ਸੋਸ਼ਲ ਡਿਸਟੈਂਸਿੰਗ ਤੇ ਆਲਾ ਦੁਆਲਾ ਵਾਤਾਵਰਨ ਸਾਫ਼ ਸੁਥਰਾ ਚਾਹੀਦਾ ਹੈ, ਉਹਦੇ ਵਾਸਤੇ ਵੀ ਸਾਡੀ ਜਿਹੜੀ ਇਹ ਕਲੀਨਲੀਨੈਸ ਹੈ, ਜਿਹੜੀ ਸਾਫ਼ ਸਫਾਈ ਦੀ ਮੁਹਿੰਮ ਹੈ, ਜਿਹੜੇ ਰਸਤੇ ਪੱਕੇ ਕਰਨ, ਗਲੀਆਂ ਪੱਕੀਆਂ ਕਰਨ, ਸੀਵਰੇਜ ਪਾਉਣ ਦੀ ਮੁਹਿੰਮ, ਇਹ ਬੜੀ ਕਾਰਗਰ ਸਾਬਤ ਹੋ ਰਹੀ ਹੈ। ਦੇਖੋ, ਸਿਲੈਕਸ਼ਨ ਜਿਹੜੀ ਅੱਛੀ ਹੋਣੀ ਚਾਹੀਦੀ ਹੈ। ਸਾਡੀਆਂ ਪੰਚਾਇਤਾਂ ਬਹੁਤ ਅੱਛੀਆਂ ਕੰਮ ਕਰਦੀਆਂ ਨੇ।
ਇੱਕ ਅਸੀਂ ਇਹ ਸਾਰੇ ਕੁਝ ਦੇ ਵਿੱਚ ਕਰਪਸ਼ਨ ਖਤਮ ਕਰ ਦਿੱਤੀ, ਪੈਸੇ ਜਿਹੜੇ ਸਾਈਫਨਿੰਗ ਹੁੰਦੇ ਸੀ ਉਹ ਬੰਦ ਕਰ ਦਿੱਤੇ, ਪੈਸੇ ਜਿਹੜੇ ਪਿੰਡਾਂ ਦੇ ਵਾਸਤੇ ਆਉਂਦੇ ਪਿੰਡਾਂ ਤੇ ਲੱਗਣ ਲੱਗ ਪਏ। ਔਰ ਉਹ ਜਦੋਂ ਪਿੰਡਾਂ ਦੇ ਜੇ ਪੈਸੇ ਜਿੰਨੇ ਆਉਂਦੇ ਲੱਗ ਜਾਣ ਤਾਂ ਕੋਈ ਵਿਕਾਸ ਰਹਿੰਦਾ ਹੀ ਨਹੀਂਗਾ। ਪਰ ਮੈਨੂੰ ਇਸ ਗੱਲ ਦਾ ਜ਼ਰੂਰ ਰਹਿੰਦਾ ਹੈ ਕਿ ਮੈਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਜਿਹੜੇ ਕੰਮ ਹੋਏ ਨੇ ਮੈਂ ਬਹੁਤ ਸਾਰੇ ਪਿੰਡਾਂ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ, ਮੈਨੂੰ ਕਿਤੇ ਕੋਈ ਅਵਸ਼ੇਸ਼ ਲੱਭਿਆ ਨਹੀਂ। ਮੈਂ ਬਹੁਤ ਸਾਰੇ ਰਸਤਿਆਂ ਤੇ ਗਿਆ, ਲੋਕਾਂ ਨੂੰ ਪੁੱਛਿਆ, ਪਰ ਮੈਨੂੰ ਕਿਸੇ ਥਾਂ ਤੇ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨਾ ਚਾਹੁੰਦਾ, ਪਰ ਬੜੇ ਵੱਡੇ ਵੱਡੇ ਲੋਕ ਐਮਐਲਏ ਬਣੇ, ਮੰਤਰੀ ਬਣੇ, ਪਰ ਹਲਕੇ ਦੇ ਜਿਹੜੇ ਲੋਕਾਂ ਦੀਆਂ ਵੋਟਾਂ ਲੈ ਕੇ ਚੰਡੀਗੜ੍ਹ ਪਹੁੰਚੇ, ਜਿਨ੍ਹਾਂ ਨੂੰ ਉਹਦੇ ਕਰਕੇ ਮੰਤਰੀ ਪੁਣਾ ਵੀ ਮਿਲਿਆ, ਬਟ ਉਹਨਾਂ ਨੇ ਹਲਕੇ ਨਾਲ ਇਨਸਾਫ ਨਹੀਂ ਕੀਤਾ। ਅੱਜ ਹਲਕੇ ਨਾਲ ਇਨਸਾਫ ਹੋ ਰਿਹਾ। ਮੈਂ ਸਮਝਦਾ ਲੋਕ ਬਹੁਤ ਸਿਆਣੇ ਨੇ, ਲੋਕ ਸਾਰਾ ਕੁਝ ਭੁੱਲ ਭੁਲਾ ਕੇ ਲੋਕ ਅੱਜ ਪੋਜ਼ਿਟਿਵਿਟੀ ਕ੍ਰੀਏਟ ਹੋਈ ਹੈ ਸਾਡੇ ਹਲਕੇ ਦੇ ਵਿੱਚ, ਲੋਕ ਸਿਫਤ ਕਰਦੇ ਨੇ, ਲੋਕ ਕੰਮ ਚਾਹੁੰਦੇ ਸੀ, ਕੰਮ ਹੋ ਗਿਆ। ਇਸ ਕਰਕੇ ਮੈਨੂੰ ਬੜੀ ਤਸੱਲੀ। ਅਸਲ ਦੇ ਵਿੱਚ ਇੱਥੇ ਵਿਚਰਦਾ ਸੀ ਤੇ ਲੋਕ ਮੈਨੂੰ ਸ਼ਿਕਾਇਤ ਕਰਦੇ ਸੀ ਵੀ ਸਾਨੂੰ ਆਪਣੇ ਐਮਐਲਏ ਨੂੰ, ਮੰਤਰੀ ਨੂੰ ਮਿਲਣ ਵਾਸਤੇ ਚੰਡੀਗੜ੍ਹ ਜਾਣਾ ਪੈਂਦਾ, ਨਿੱਕੇ ਨਿੱਕੇ ਕੰਮਾਂ ਵਾਸਤੇ ਉੱਥੇ ਜਾਣਾ ਪੈਂਦਾ ਹੈ। ਤੇ ਲੋਕ ਮੈਨੂੰ ਕਹਿੰਦੇ ਸੀ ਕਿ ਜੇ ਇਹ ਮਸਲਾ ਠੀਕ ਹੋ ਜਾਏ ਤੇ ਬਹੁਤ ਵੱਡੀ ਸਮੱਸਿਆ ਹੱਲ ਹੋ ਸਕਦੀ ਹੈ। ਮੈਂ ਠੀਕ ਕਰਤਾ। ਅਸੀਂ ਲੋਕਾਂ ਕੋਲ ਵੋਟਾਂ ਲੈਣ ਵਾਸਤੇ ਜਾਂਦੇ ਹਾਂ, ਅਸੀਂ ਲੋਕਾਂ ਨੂੰ ਅਕਾਊਂਟੇਬਲ ਆ, ਜਵਾਬਦੇਹ ਹਾਂ, ਤੇ ਜੇ ਲੋਕਾਂ ਵਿੱਚ ਰਹਿ ਕੇ ਕਰਾਂਗੇ ਤੇ ਇਸ ਗੱਲ ਦੀ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ। ਕਿਉਂ ਲੋਕ ਚੰਡੀਗੜ੍ਹ ਜਾਣ? ਮੈਂ 4.5 ਸਾਲਾਂ ਦੇ ਵਿੱਚ ਇੱਕ ਵੀ ਬੰਦਾ ਮੈਨੂੰ ਪੱਟੀ ਹਲਕੇ ਦਾ ਕਦੇ ਚੰਡੀਗੜ੍ਹ ਨਹੀਂ ਜਾ ਕੇ ਮਿਲਿਆ। ਮੈਂ ਜਦੋਂ ਜਾਂਦਾ ਮੈਂ ਇਕੱਲਾ ਜਾਂਦਾ, ਲੋਕਾਂ ਦੀਆਂ ਫਾਈਲਾਂ ਲੈ ਜਾਂਦਾ, ਹੋਮਵਰਕ ਕਰਦਾ, ਔਰ ਉਹਨਾਂ ਫਾਈਲਾਂ ਦੀ ਐਪਲੀਕੇਸ਼ਨ ਦੀ ਤਿਆਰੀ ਕਰਦਾ, ਉਹਨਾਂ ਦੇ ਆਪਣੇ ਕਵਰਿੰਗ ਲੈਟਰ ਲਾਉਂਦਾ, ਆਪਣੇ ਡੀਓ ਲੈਟਰ ਲਾਉਂਦਾ, ਉਹਨਾਂ ਦੇ ਕੰਮ ਕਰਾਉਂਦਾ। ਮੈਨੂੰ ਕਦੇ ਕਿਸੇ ਦੀ ਬਦਲੀ ਵਾਸਤੇ, ਪ੍ਰਮੋਸ਼ਨ ਵਾਸਤੇ, ਕਿਸੇ ਕੰਮ ਵਾਸਤੇ ਕਿਸੇ ਨੂੰ ਚੰਡੀਗੜ੍ਹ ਨਹੀਂ ਜਾਣਾ ਪਿਆ। ਉਹ ਕਿਤੇ ਮੈਂ ਰੋਜ਼ ਹੀ ਰਹਿੰਦਾ। ਮੈਂ ਚੰਡੀਗੜ੍ਹ ਕਿਤੇ ਮਹੀਨੇ 'ਚ ਇੱਕ ਅੱਧੀ ਵਾਰੀ, 2 ਵਾਰੀ ਜਾਂਦਾ ਹੈ, ਉਹ ਮੈਂ ਇਕੱਲਾ ਜਾਂਦਾ, ਮੈਂ ਕਿਸੇ ਨੂੰ ਤਕਲੀਫ ਨਹੀਂ ਦਿੰਦਾ। ਤੇ ਲੋਕਾਂ ਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਫਲਾਣੇ ਥਾਂ ਤੇ ਮਿਲੂੰਗਾ, ਫਲਾਣੇ ਥਾਂ ਤੇ ਮਿਲੂੰਗਾ। ਇਸ ਕਰਕੇ ਲੋਕਾਂ ਦੇ ਵਿੱਚ ਰਹਿਣਾ। ਵੇਖੋ, ਰਾਜਨੀਤੀ ਜਿਹੜੀਆਂ ਸਾਨੂੰ ਇਲੈਕਸ਼ਨ ਆ, ਲੋਕ ਸੇਵਾ ਵਾਸਤੇ ਲੋਕ ਸਾਨੂੰ ਵੋਟਾਂ ਪਾਉਂਦੇ ਆ। ਤੇ ਜੇ ਲੋਕ ਸੇਵਾ ਹੀ ਨਹੀਂ ਕਰਨੀ, ਆਪਣੇ ਘਰ ਦੀ ਸੇਵਾ ਕਰਨੀ ਆ, ਤੇ ਫਿਰ ਮੇਰਾ ਸਾਨੂੰ ਇਲੈਕਸ਼ਨਾਂ 'ਚ ਹੋਰ ਬੜੇ ਬਿਜ਼ਨਸ ਹੋਰ ਕਰ ਲੈ। ਸਰਿਆਲੀ ਪਿੰਡ ਜਿਹੜਾ ਸਾਡਾ ਬਹੁਤ ਵੱਡਾ ਪਿੰਡ ਹੈ, ਉਹਦਾ ਵਿਕਾਸ ਸਾਡੇ ਵਾਸਤੇ ਬੜੀ ਵੱਡੀ ਚੁਣੌਤੀ ਸੀ। ਔਰ ਪਰ ਅਸੀਂ ਮੇਰਾ ਖਿਆਲ ਕਰੋੜਾਂ ਰੁਪਏ, 2-3 ਕਰੋੜ ਰੁਪਈਆ ਉੱਤੇ ਲਾ ਦਿੱਤਾ ਹੈ। ਲੋਕਾਂ ਦੇ ਜੋ ਡਿਮਾਂਡ ਸੀ, ਕਿਸੇ ਨੇ ਰਸਤਾ ਪੱਕਾ ਕਰਨਾ, ਗਲੀ ਪੱਕੀ ਕਰਨੀ ਆ, ਨਾਲੀ ਬਣਾਉਣੀ ਆ, ਸੀਵਰੇਜ ਪਾਉਣਾ, ਸ਼ਮਸ਼ਾਨ ਘਾਟਾ ਬਣਾਉਣੀ, ਇਹ ਸਾਰੇ ਕੰਮ ਕਰਾਤੇ ਆ। ਜਿਹੜੇ ਕੰਮ ਰਹਿ ਗਏ ਉਹ ਵੀ ਅਸੀਂ ਕੰਪਲੀਟ ਕਰਾਵਾਂਗੇ, ਔਰ ਲੋਕਾਂ ਨੂੰ ਅਹਿਸਾਸ ਕਰਾਵਾਂਗੇ ਕਿ ਤੁਹਾਡੀ ਸਰਕਾਰ ਹੈ, ਤੁਹਾਡਾ ਐਮਐਲਏ ਆ, ਅਸੀਂ ਤੁਹਾਡੇ ਪਿੰਡ 'ਚੋਂ ਜੇ ਵੋਟਾਂ ਲਈਆਂ ਤੇ ਉਹਦਾ ਅਸੀਂ ਕਰਜ਼ਾ ਵੀ ਮੋੜਨਾ। ਮੈਂ ਉਹਨਾਂ ਦਾ ਕਰਜ਼ਾਈ ਸੀ, ਔਰ ਉਹ ਕਰਜ਼ਾ ਅਸੀਂ ਮੋੜ ਰਹੇ ਹਾਂ। ਸਾਨੂੰ ਲੋਕਾਂ ਦੇ ਵਾਸਤੇ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਲੋਕਾਂ ਦੀ ਸਮੱਸਿਆ ਹੱਲ ਹੋ ਰਹੀਆਂ। ਮੈਂ ਐਕਚੁਅਲੀ ਕਿਤੇ ਪੜ੍ਹਿਆ ਵੀ ਸੀ, ਸੁਣਿਆ ਵੀ ਸੀ ਕਿ ਪੜ੍ਹਾਈ ਤੋਂ ਬਿਨਾਂ, ਐਜੂਕੇਸ਼ਨ ਤੋਂ ਬਿਨਾਂ ਕਿਸੇ ਇਲਾਕੇ ਦੀ ਤਰੱਕੀ ਨਹੀਂ ਹੋ ਸਕਦੀ। ਤੇ ਪੜ੍ਹਾਈ ਸਾਡੇ ਵਾਸਤੇ ਬਹੁਤ ਵੱਡਾ ਟੀਚਾ ਸੀ। ਔਰ ਸਰਦਾਰ ਮਨੋਹਰ ਸਿੰਘ ਗਿੱਲ ਨੇ ਵੀ ਕਿਤੇ ਬੋਲਦਿਆਂ ਕਿਹਾ ਸੀ ਕਿ ਐਜੂਕੇਸ਼ਨ, ਐਜੂਕੇਸ਼ਨ, ਐਜੂਕੇਸ਼ਨ। ਔਰ ਇੱਥੇ ਸਾਡੇ ਵਾਸਤੇ ਬੜੀ ਵੱਡੀ ਚੁਣੌਤੀ ਸੀ ਕਿ ਨਕਲ ਵੱਜਦੀ ਸੀ ਸਕੂਲਾਂ ਦੇ ਵਿੱਚ, ਬੱਚਿਆਂ ਦਾ ਭਵਿੱਖ ਖਰਾਬ। ਲੋਕਾਂ ਨੂੰ ਇਹ ਜਾਪਦਾ ਸੀ ਕਿ 10ਵੀਂ ਦਾ ਤੇ +2 ਦਾ ਸਰਟੀਫਿਕੇਟ ਹਾਸਲ ਕਰਨਾ ਹੈ, ਭਾਵੇਂ ਨਕਲ ਮਾਰ ਕੇ ਲਈਏ। ਪਰ ਅੱਜ ਬਿਹਤਰੀਨ ਐਜੂਕੇਸ਼ਨ ਜਿਹੜੀ ਮਿਲਣੀ ਚਾਹੀਦੀ ਹੈ, ਉਹ ਅੱਜ ਸਾਡੇ ਹਲਕਿਆਂ ਵਿੱਚ ਮਿਲ ਰਹੀ ਹੈ। ਟੀਚਰ ਪੂਰੇ ਕੀਤੇ ਨੇ, ਸਕੂਲ ਵਧੀਆ ਬਣਾਏ ਨੇ, ਡਿਜੀਟਲ ਕਲਾਸਰੂਮ ਬਣਾਏ ਨੇ, ਅਸੀਂ ਉਹ ਅਕਾਊਂਟੇਬਿਲਿਟੀ ਫਿਕਸ ਕੀਤੀ ਹੈ, ਔਰ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕੀਤੀਆਂ ਨੇ, ਇੰਗਲਿਸ਼ ਮੀਡੀਅਮ ਸ਼ੁਰੂ ਕੀਤਾ, ਔਰ ਟੋਟਲ ਓਵਰਹਾਲਿੰਗ ਕੀਤੀ। ਔਰ ਹੁਣ ਸਾਨੂੰ ਐਜੂਕੇਸ਼ਨ ਦੇ ਖੇਤਰ ਵਿੱਚ ਸਾਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਉਂਦੀ। ਸਾਨੂੰ ਮਾਣ ਆ ਕਿ ਸਾਡੇ ਇਹਨਾਂ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਪੜ੍ਹਦੇ ਨੇ, ਉਹ ਨੈਚੁਰਲੀ ਉਹਨਾਂ ਦਾ ਭਵਿੱਖ ਜਿਹੜਾ ਬੜਾ ਸ਼ਾਨਦਾਰ ਬਣੇਗਾ।